हेलो एवरीवन सत श्री अकाल ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 12ਵੀਂ ਕਲਾਸ ਦੀ ਕਿਤਾਬ ਵੈਲਕਮ ਲਾਈਫ। ਉਹਦਾ ਪਹਿਲਾ ਚੈਪਟਰ ਦਾ ਦੂਜਾ ਪਾਰਟ ਪਰਸਨਲ ਵੈਲਿਊਜ਼ ਯਾਨੀ ਨਿੱਜੀ ਮੁੱਲ ਤੇ ਉਹਦੇ ਵਿੱਚ ਆਪਾਂ ਪੜਾਂਗੇ ਕਾਈਂਡਨੈਸ ਬਾਰੇ ਯਾਨੀ ਦਿਆਲਤਾ ਬਾਰੇ। ਚਲੋ ਸ਼ੁਰੂ ਕਰਦੇ ਹਾਂ ਇਹਦੇ ਬਾਰੇ ਪੜਨਾ। ਕਾਈਂਡਨੈਸ ਹੁਣ ਇਸ ਚੈਪਟਰ ਦੇ ऑब्जेक्टिव्स की ने उद्देश्य की ने नंबर 1 टू क्रिएट द फीलिंग ऑफ सेंसिटिविटी अमंग द स्टूडेंट्स। ਸੈਂਸਿਟਿਵਿਟੀ ਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ ਆਪਾਂ ਦੂਜੇ ਦਾ ਦੁੱਖ ਸਮਝ ਸਕੀਏ, ਜਿਹਨੂੰ ਆਪਾਂ ਪੰਜਾਬੀ ਚ ਕਹੀਦਾ ਸੰਵੇਦਨਸ਼ੀਲਤਾ ਦੀ ਭਾਵਨਾ ਜਗਾਣੀ ਬੱਚਿਆਂ ਵਿੱਚ। ਸੈਕਿੰਡ ਟੂ ਥਿੰਕ ਅਬਾਊਟ ਦ ਮੈਥਡਸ ਆਫ ਅਡਾਪਟਿੰਗ ਕਾਈਂਡਨੈਸ, ਉਹ ਜਿਹੇ ਤਰੀਕੇ ਲੱਭਣਾ ਜਿਹਦੇ ਨਾਲ ਆਪਾਂ ਦੂਜਿਆਂ ਨਾਲ ਦਿਆਲਤਾ ਨਾਲ ਪੇਸ਼ ਆਈਏ। ਫॉरगिवनेस ਦੀ ਇੱਕ फीलिंग रखिए यानी जे कोई गलती करे उन्होंने माफ कर दईए। एंड ब्रॉड माइंडेडनेस यानी कि जेड़ी अपनी सोच हैगी है उन्होंने थोड़ा वधिया करिए। थर्ड मेक एफर्ट्स टू इनकॉर्पोरेट कंपैशन इन ह्यूमन कैरेक्टर्स, मनुखी चरित्र दे विच जेड़ी दयालता हैगी है दूजे प्रति प्यार हैगा उन्होंने लेके आना, ये भी इस चैप्टर का उद्देश्य है। शुरू करते हैं। काइंडनेस इन फैक्ट इज अ ह्यूमन इंस्टिंक्ट और फीलिंग in which there is a sensitivity of kindness, forgiveness and broad-mindedness। ਦਿਆਲਤਾ ਜਿਹਨੂੰ ਆਪਾਂ ਕਾਈਂਡਨੈਸ ਕਹੀਦਾ ਹੈ, ਅਸਲ ਵਿੱਚ ਇੱਕ ਮਨੁੱਖੀ ਸੁਭਾਅ ਹੈ ਜਾਂ ਭਾਵਨਾ ਹੈ ਜਿਸ ਵਿੱਚ ਦਿਆਲਤਾ, ਮੁਆਫੀ ਤੇ ਆਪਾਂ ਕਹਿ ਸਕਦੇ ਹਾਂ ਖੁੱਲੀ ਸੋਚ ਦਾ ਹੋਣਾ ਇੱਕ ਜ਼ਿੰਮੇਵਾਰੀ ਸਮਝਿਆ ਜਾਂਦਾ ਹੈ। Being kind is having positive thinking for human beings as its important aspect। ਹੁਣ ਜੇ ਆਪਾਂ ਕਾਈਂਡਨੈਸ ਦੀ ਗੱਲ ਕਰ ਰਹੇ ਹਾਂ, ਦਿਆਲੂ ਹੋਣ ਦੀ ਗੱਲ ਕਰ ਰਹੇ ਹਾਂ, ਤਾਂ ਉਹਦਾ ਇੱਕ ਅਹਿਮ ਪੱਖ ਇਹ ਹੈਗਾ ਵੀ ਆਪੇ ਦੂਜੇ ਇਨਸਾਨਾਂ ਬਾਰੇ ਪੋਜ਼ਿਟਿਵ ਸੋਚੀਏ, ਚੰਗਾ ਸੋਚੀਏ, ਤਾਂ ਹੀ ਅਸੀਂ ਕਾਈਂਡ ਹੋ ਸਕਾਂਗੇ ਨਾ। ਜੇ ਨੈਗੇਟਿਵ ਸੋਚਦੇ ਰਹਾਂਗੇ, ਭੈੜਾ ਸੋਚਦੇ ਰਹਾਂਗੇ, ਤਾਂ ਅਸੀਂ ਕਿਵੇਂ ਨਿਮਰਤਾ ਨਾਲ ਦੂਜੇ ਨਾਲ ਪੇਸ਼ ਆਵਾਂਗੇ ਜਾਂ ਕਿਵੇਂ ਦਿਆਲੂ ਹੋਵਾਂਗੇ ਉਹਨਾਂ ਪ੍ਰਤੀ। A person having the spirit of kindness learns how to live a prosperous life ਸਾਈਕੋਫਿਜ਼ੀਕਲੀ ਐਂਡ ਸੋਸ਼ੀਓ ਕਲਚਰਲੀ। ਕਹਿਣ ਦਾ ਭਾਵ ਇਹ ਹੈ ਵੀ ਦਿਆਲਤਾ ਦੀ ਭਾਵਨਾ ਰੱਖਣ ਵਾਲਾ ਵਿਅਕਤੀ ਮਾਨਸਿਕ, ਸਰੀਰਿਕ ਅਤੇ ਸਮਾਜਿਕ ਸੱਭਿਆਚਾਰਿਕ ਤੌਰ ਤੇ ਖੁਸ਼ਹਾਲ ਜੀਵਨ ਜੀਣਾ ਸਿੱਖ ਲੈਂਦਾ ਹੈ। The objective of this lesson is to inspire the students to rise above narrow-mindedness। ਇਸ ਪਾਠ ਦਾ ਉਦੇਸ਼ ਇਹ ਹੈਗਾ ਵੀ ਵਿਦਿਆਰਥੀਆਂ ਨੂੰ ਜਿਹੜੀ ਆਪਣੀ ਸੋਚ ਹੈਗੀ ਹੈ ਉਸ ਤੋਂ ਉੱਪਰ ਉੱਠਣ ਦਾ ਇੱਕ ਮੌਕਾ ਦਿੱਤਾ ਜਾਏ। ਲਿਵ ਵਿਦ ਕਾਈਂਡਨੈਸ, ਕਿ ਉਹ ਆਪਣੇ ਜੀਵਨ ਵਿੱਚ ਦਿਆਲਤਾ ਨਾਲ ਜੀਣ। ਐਂਡ ਮੇਕ ਦ ਸੋਸਾਇਟੀ ਬੈਟਰ ਅਲੋਂਗ ਵਿਦ ਦੇਅਰ ਓਨ ਲਾਈਫਸ, ਤੇ ਉਹ ਆਪਣੀ ਜ਼ਿੰਦਗੀ ਦੇ ਨਾਲ ਨਾਲ ਸਮਾਜ ਨੂੰ ਵੀ ਇੱਕ ਬਿਹਤਰ ਥਾਂ ਬਣਾਉਣ ਜੀਣ ਲਈ। ਹੁਣ ਇੱਥੇ ਇੱਕ ਐਕਟੀਵਿਟੀ ਦਿੱਤੀ ਹੋਈ ਹੈ। ਫਰਸਟ ਐਕਟੀਵਿਟੀ ਚਿਲਡਰਨ ਸ਼ਾਵਰਿੰਗ ਹੈਪੀਨੈਸ, ਰੋਲ ਪਲੇ ਹੈ। ਬੱਚੇ ਜਿਹੜੇ ਹੈਗੇ ਨੇ ਉਹ ਪਿਆਰ ਜਿਹੜਾ ਹੈ ਉਹ ਦਿਖਾ ਰਹੇ ਨੇ, ਨਿਛਾਵਰ ਕਰ ਰਹੇ ਨੇ। ਰੋਲ ਪਲੇ ਯਾਨੀ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਨੇ ਇੱਕ ਇੱਕ ਕਰਕੇ ਡਾਇਲੌਗ ਬੋਲ ਸਕਦੇ ਨੇ। ਤੇ ਫਰਸਟ ਸੀਨ, ਪਹਿਲਾ ਸੀਨ ਕੀ ਹੁੰਦਾ ਹੈ, ਕੋਰਸ ਦੇ ਵਿੱਚ ਸਾਰੇ ਬੱਚੇ ਬੋਲਦੇ ਨੇ। ਕੋਰਸ ਯਾਨੀ ਇਕੱਠੇ ਹੋ ਕੇ। ਇਨ ਦ ਮਾਰਨਿੰਗ ਅੰਮ੍ਰਿਤ ਐਂਡ ਬਿੰਦਰ ਵਾਈਲ ਗੋਇੰਗ ਟੂ ਸਕੂਲ ਲੈਟਸ ਸੀ ਔਨ ਦ ਵੇ ਵਾਟ ਡਿਡ ਦੇ। ਹੁਣ ਜਿਹੜੇ ਬੱਚੇ ਰੋਲ ਪਲੇ ਕਰ ਰਹੇ ਨੇ, ਜਿਵੇਂ ਇੱਕ ਬੱਚਾ ਅੰਮ੍ਰਿਤ ਬਣ ਜਾਏਗਾ, ਇੱਕ ਬਿੰਦਰ ਬਣ ਜਾਏਗਾ, ਸਾਰੇ ਇਕੱਠੇ ਹੋ ਕੇ ਬੋਲਣਗੇ ਕਿ ਚਲੋ ਦੇਖਦੇ ਆ ਕੀ ਹੋ ਰਿਹਾ। ਹੋ ਕੀ ਰਿਹਾ ਕਿ ਇਹ ਦੋ ਬੰਦੇ, ਇੱਕ ਅੰਮ੍ਰਿਤ ਤੇ ਇੱਕ ਬਿੰਦਰ, ਆਪਣੇ ਸਕੂਲ ਵੱਲ ਨੂੰ ਜਾ ਰਹੇ ਨੇ ਤੇ ਜਦੋਂ ਰਸਤੇ 'ਚ ਹੁੰਦੇ ਨੇ ਕੀ ਉਹ ਕਰਦੇ ਨੇ ਉਹ ਦੇਖਦੇ ਆ। ਅੰਮ੍ਰਿਤ ਇਜ਼ ਹਮਿੰਗ ਸਮਥਿੰਗ ਵਾਈਲ ਸਾਈਕਲਿੰਗ ਔਨ ਹਿਸ ਸਕੂਲ। ਹੁਣ ਜਿਹੜਾ ਅੰਮ੍ਰਿਤ ਹੈਗਾ ਉਹ ਪੈਦਲ ਨਹੀਂ ਜਾ ਰਿਹਾ, ਉਹ ਸਾਈਕਲ ਤੇ ਜਾ ਰਿਹਾ, ਠੀਕ ਹੈ। ਤੇ ਸਾਈਕਲ ਤੇ ਜਾਂਦੇ ਹੋਏ ਉਹ ਕੁਝ ਗੁਨਗੁਨਾ ਰਿਹਾ ਹੈ। ਹਮਿੰਗ ਦਾ ਮਤਲਬ ਗੁਨਗੁਨਾਣਾ। ਚਲੋ ਦੇਖਦੇ ਆ ਅੰਮ੍ਰਿਤ ਦਾ ਡਾਇਲੌਗ। ਇੱਕ ਬੱਚਾ ਬੋਲੂਗਾ, ਡੂ ਗੁੱਡ, ਹੈਵ ਗੁੱਡ, a good deeds always come around। a good deed ਆਏਗਾ, ਉਹ ਕਹਿੰਦਾ ਭਲਾ ਕਰੋ ਭਲਾ ਹੋਏਗਾ, ਤੇ ਜੇ ਤੁਸੀਂ ਚੰਗਾ ਕੰਮ ਕਰੋਗੇ ਉਹ ਵਾਪਸ ਤੁਹਾਡੇ ਕੋਲ ਕਿਸੇ ਨਾ ਕਿਸੇ ਤਰੀਕੇ ਜ਼ਰੂਰ ਆਊਗਾ। ਬਿੰਦਰ ਕਹਿੰਦਾ stop 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 friend, since when have you started doing such good deeds। ਤੇ ਜਿਹੜਾ ਬਿੰਦਰ ਹੁੰਦਾ ਉਹ ਕਹਿੰਦਾ ਰੁਕ 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 ਦੋਸਤ, ਤੁਸੀਂ ਕਦ ਤੋਂ ਇਹ ਚੰਗੇ ਕੰਮ ਕਰਨੇ ਸ਼ੁਰੂ ਕਰਤੇ। ਅੰਮ੍ਰਿਤ ਕਹਿੰਦਾ dear we must do good deeds unconditionally। ਪਿਆਰੇ ਦੋਸਤ, ਸਾਨੂੰ ਚੰਗਾ ਕੰਮ ਕਰਦੇ ਰਹਿਣਾ ਚਾਹੀਦਾ ਹੈ ਬਿਨਾਂ ਸੋਚੇ ਸਮਝੇ ਜਾਂ ਬਿਨਾਂ ਕਿਸੇ ਸ਼ਰਤ ਤੋਂ।
My grandmother also related such a story yesterday. ਤੇ ਮੇਰੇ ਬਜ਼ੁਰਗ ਦਾਦੀ ਜੀ ਨੇ ਵੀ ਮੈਨੂੰ ਕੱਲ ਅਜਿਹੀ ਕਹਾਣੀ ਸੁਣਾਈ ਸੀ। ਬਿੰਦਰ, okay then, start your mission by doing a good deed for me from today. ਤੇ ਬਿੰਦਰ ਕਹਿੰਦਾ ਅੱਛਾ ਠੀਕ ਹੈ, ਤੂੰ ਚੰਗਾ ਹੀ ਕਰਨਾ ਹੈ ਨਾ, ਤੋ ਅੱਜ ਤੋਂ ਤੂੰ ਏਦਾਂ ਕਰ, ਮੇਰੇ ਲਈ ਕੋਈ ਚੰਗਾ ਕੰਮ ਕਰਕੇ ਸ਼ੁਰੂਆਤ ਕਰ। ਅੰਮ੍ਰਿਤ ਕਹਿੰਦਾ ਕਿਵੇਂ ਤੇਰੇ ਲਈ ਕਿਵੇਂ ਚੰਗਾ ਕੰਮ ਕਰਾਂ, ਮਤਲਬ ਕੀ ਕਰਾਂ? ਬਿੰਦਰ, you know my parents can neither get me a bicycle nor escort me to school. ਹੁਣ ਅੰਮ੍ਰਿਤ ਤਾਂ ਸਾਈਕਲ ਤੇ ਜਾ ਰਿਹਾ ਸੀ ਤੇ ਬਿੰਦਰ ਕਹਿੰਦਾ ਤੂੰ ਚੰਗਾ ਕੰਮ ਕਰਨਾ ਸ਼ੁਰੂ ਕਰਨਾ ਹੈ ਨਾ, ਤੈਨੂੰ ਪਤਾ ਹੈ ਮੇਰੇ ਘਰ ਦੇ ਨਾ ਤਾਂ ਮੈਨੂੰ ਸਾਈਕਲ ਦਵਾ ਰਹੇ ਨੇ ਤੇ ਨਾ ਹੀ ਮੈਨੂੰ ਆਪ ਸਕੂਲ ਤੱਕ ਛੱਡ ਕੇ ਆ ਰਹੇ ਨੇ। ਐਸਕॉर्ट ਦਾ ਮਤਲਬ ਮੇਰੇ ਨਾਲ ਨਹੀਂ ਜਾਂਦੇ। ਅੰਮ੍ਰਿਤ, ਓਕੇ ਡੀਅਰ, ਡੂ ਕਮ ਵਿਦ ਮੀ ਡੇਲੀ, ਕਮ ਐਂਡ ਸਿਟ ਬਿਹਾਈਂਡ ਮੀ। ਅੰਮ੍ਰਿਤ ਕਹਿੰਦਾ ਠੀਕ ਹੈ, ਕੋਈ ਟੈਨਸ਼ਨ ਹੀ ਨਹੀਂ, ਤੂੰ ਮੇਰੇ ਨਾਲ ਰੋਜ਼ ਆ ਜਾਇਆ ਕਰ, ਮੇਰੇ ਪਿੱਛੇ ਬੈਠ ਜਾਇਆ ਕਰ ਸਾਈਕਲ ਤੇ। ਬਿੰਦਰ, ਸਿਟਿੰਗ ਔਨ ਦ ਕੈਰੀਅਰ, ਜਿਹੜਾ ਪਿੱਛੇ ਹੁੰਦਾ ਸਾਈਕਲ ਦੇ। ਥੈਂਕ ਯੂ ਅੰਮ੍ਰਿਤ, ਉਹ ਅੰਮ੍ਰਿਤ ਨੂੰ ਕਹਿੰਦਾ ਥੈਂਕ ਯੂ ਮੇਰੇ ਦੋਸਤ। ਅੰਮ੍ਰਿਤ ਕਹਿੰਦਾ ਓਕੇ ਡੀਅਰ, ਯੂ ਨੀਡ ਨਾਟ ਥੈਂਕ ਮੀ, ਰਾਦਰ ਇਟਸ ਮਾਈ ਡਿਊਟੀ। ਤੇ ਅੰਮ੍ਰਿਤ ਜਿਹੜਾ ਹੈ ਉਹ ਵਾਪਸ ਬਿੰਦਰ ਨੂੰ ਕਹਿੰਦਾ ਕਿ ਕੋਈ ਗੱਲ ਨਹੀਂ, ਤੈਨੂੰ ਧੰਨਵਾਦ ਕਰਨ ਦੀ ਲੋੜ ਹੀ ਨਹੀਂ, ਇਹ ਤਾਂ ਮੇਰਾ ਫਰਜ਼ ਹੈਗਾ। In the meantime, a student, Saurav, of class 6, passing by them, suddenly falls down. ਅਜੇ ਦੋਨੋਂ ਬੈਠੇ ਹੀ ਸੀ ਆਪਣੇ ਸਾਈਕਲ ਤੇ ਇੰਨੀ ਦੇਰ ਨੂੰ ਇੱਕ ਹੋਰ ਬੱਚਾ ਜਿਹੜਾ ਸੌਰਵ ਜਿਹਦਾ ਨਾਂ ਹੈਗਾ 6ਵੀਂ ਕਲਾਸ ਦਾ, ਉਹ ਇੱਕਦਮ ਉਹਨਾਂ ਨੇੜੇ ਆ ਕੇ ਗਿਰ ਜਾਂਦਾ ਹੈ। ਆ ਦੇਖੋ ਗਿਰਿਆ ਹੋਇਆ। ਸੌਰਵ ਕਹਿੰਦਾ ਬ్రో ਲਿਫਟ ਮੀ ਅਪ ਪਲੀਜ਼। ਸੌਰਵ ਕਹਿੰਦਾ ਪਲੀਜ਼ ਦੋਸਤੋ ਮੈਨੂੰ ਚੱਕ ਦੋ, ਮੈਨੂੰ ਉਠਾ ਦੋ, ਮੈਨੂੰ ਚੱਕੋ। ਬਿੰਦਰ, ਹੇ why do you keep riding in the air? Don't worry, just lifting you up. ਤੇ ਬਿੰਦਰ ਕਹਿੰਦਾ ਠੀਕ ਹੈ, ਪਰ ਤੂੰ ਹਵਾ ਦੀ ਕਿਉਂ ਸਵਾਰੀ ਕਰਦਾ ਰਹਿੰਦਾ ਹੈ ਹਮੇਸ਼ਾ, ਫਿਕਰ ਨਾ ਕਰ, ਅਸੀਂ ਚੱਕ ਰਹੇ ਹਾਂ ਤੈਨੂੰ। ਸੌਰਵ ਕਹਿੰਦਾ be quick brother, my uniform has got spoiled. ਤੇ ਸੌਰਵ ਕਹਿੰਦਾ ਥੋੜਾ ਛੇਤੀ ਚੱਕੋ, ਮੇਰੀ ਯੂਨੀਫਾਰਮ, ਮੇਰੀ ਵਰਦੀ ਜਿਹੜੀ ਹੈ ਉਹ ਮਿੱਟੀ ਕਰਕੇ ਖਰਾਬ ਹੋ ਰਹੀ ਹੈ। ਅੰਮ੍ਰਿਤ, dusting Saurav's uniform and taking him by his arms, asks him in a worried tone, are you okay? Any injury? ਤੇ ਅੰਮ੍ਰਿਤ ਜਿਹੜਾ ਹੁੰਦਾ ਹੈ ਉਹ ਸੌਰਵ ਨੂੰ ਚੱਕਦਾ ਹੈ ਬਾਹਾਂ ਰਾਹੀਂ ਆਪਣੀ, ਤੇ ਬੜਾ ਚਿੰਤਾ ਨਾਲ ਉਹਨੂੰ ਪੁੱਛਦਾ ਉਹਦੀ ਝਾੜਦੇ ਹੋਏ ਵਰਦੀ ਨੂੰ ਵੀ ਤੂੰ ਠੀਕ ਹੈ, ਤੈਨੂੰ ਕੋਈ ਚੋਟ ਤਾਂ ਨਹੀਂ ਲੱਗੀ? ਸੌਰਵ ਕਹਿੰਦਾ no bro, it's okay. ਤੇ ਸੌਰਵ ਜਵਾਬ ਦਿੰਦਾ ਨਹੀਂ ਵੀਰ ਜੀ, ਠੀਕ ਆ। ਅੰਮ੍ਰਿਤ, all right, but do ride your bicycle slowly. ਤੇ ਹੁਣ ਅੰਮ੍ਰਿਤ ਸੌਰਵ ਨੂੰ ਕਹਿੰਦਾ ਉਹ ਤਾਂ ਗੱਲ ਠੀਕ ਹੈ ਵੀ ਤੈਨੂੰ ਸੱਟ ਨਹੀਂ ਲੱਗੀ, ਪਰ ਹੁਣ ਆਪਣੇ ਸਾਈਕਲ ਨੂੰ ਧਿਆਨ ਨਾਲ ਚਲਾਈ, ਹਵਾ ਵਿੱਚ ਨਾ ਉਡਾਉਂਦਾ ਜਾਈ, ਠੀਕ ਹੈ। ਇੱਕ ਇਹ ਸੀਨ ਸੀ। ਹੁਣ ਦੂਜਾ ਸੀਨ, ਫਿਰ ਬੱਚਿਆਂ ਨੂੰ ਐਕਟ ਕਰਨਾ ਤੇ ਕੋਰਸ ਦੇ ਵਿੱਚ ਪਹਿਲਾਂ ਉਹ ਬੋਲਣਗੇ ਡੂਇੰਗ 2 ਨੋਬਲ ਡੀਡਸ, 2 ਨੇਕ ਕੰਮ ਕਰਨ ਤੋਂ ਬਾਅਦ ਅੰਮ੍ਰਿਤ ਐਂਡ ਬਿੰਦਰ ਰੀਚ ਸਕੂਲ। ਇਹ ਰਿਹਾ ਅੰਮ੍ਰਿਤ ਤੇ ਇਹ ਰਿਹਾ ਬਿੰਦਰ, ਦੋਨੋਂ ਸਕੂਲ ਪਹੁੰਚ ਗਏ, ठीक है। ਇੱਥੇ ਮੈਂ ਲਿਖ ਦਿੰਦੀ ਹਾਂ ਸਕੂਲ। Crack your brain to understand what they said to the teacher in the school. ਤੇ ਆਪਣਾ ਦਿਮਾਗ ਥੋੜਾ ਦੌੜਾਓ ਤੇ ਸੋਚੋ ਵੀ ਉਹਨਾਂ ਨੇ ਸਕੂਲ ਜਾ ਕੇ ਆਪਣੇ ਟੀਚਰ ਨੂੰ ਕੀ ਕਿਹਾ ਹੋਏਗਾ। Before the morning assembly, on seeing the teacher, ਸਵੇਰ ਦੀ ਸਭਾ ਤੋਂ ਪਹਿਲਾਂ ਜਦੋਂ ਉਹ ਆਪਣੇ ਟੀਚਰ ਨੂੰ ਦੇਖਦੇ ਨੇ, ਅੰਮ੍ਰਿਤ hums something with due respect once again. ਅੰਮ੍ਰਿਤ ਫੇਰ ਕੁਝ ਬਹੁਤ ਸਤਿਕਾਰ ਨਾਲ ਮੂੰਹ ਚੋਂ ਕਹਿੰਦਾ ਹੈ। ਕੀ ਕਹਿੰਦਾ ਹੈ ਚਲੋ ਦੇਖਦੇ ਹਾਂ। ਬੜਾ ਪੋਲਾਈਟਲੀ, ਹਮ ਦਾ ਮਤਲਬ ਬਹੁਤ ਹਲਕੇ ਆਵਾਜ਼ ਦੇ ਵਿੱਚ, ਬੜਾ ਪੋਲਾਈਟਲੀ, ਨਿਮਰਤਾ ਨਾਲ ਆ ਗਿਆ। ਫਿਰ ਤੋਂ ਡਾਇਲੋਗ ਇੱਕ ਇੱਕ ਕਰਕੇ ਸਾਰੇ ਬਣ ਜਾਣਗੇ ਅੰਮ੍ਰਿਤ ਤੇ ਬਿੰਦਰ। ਅੰਮ੍ਰਿਤ, do good, have good, a good deed will always come around. ਡੀਡ ਆਏਗਾ, ਡੀਡਸ ਨਹੀਂ ਆਏਗਾ। ਗੁੱਡ ਮਾਰਨਿੰਗ ਮੈਮ। ਤੇ ਅੰਮ੍ਰਿਤ ਕਹਿੰਦਾ ਚੰਗਾ ਕਰੋ, ਭਲਾ ਹੋਏਗਾ, ਚੰਗਾ ਜਦ ਤੁਸੀਂ ਕੰਮ ਕਰੋਗੇ ਵਾਪਸ ਸਾਡੇ ਕੋਲ ਜ਼ਰੂਰ ਆਊਗਾ। ਤੇ ਫਿਰ ਉਹ ਟੀਚਰ ਨੂੰ ਕਹਿੰਦਾ ਗੁੱਡ ਮਾਰਨਿੰਗ ਮੈਡਮ। ਮੈਮ ਜਵਾਬ ਦਿੰਦੀ ਹੈ ਗੁੱਡ ਮਾਰਨਿੰਗ ਮਾਈ ਸਨ, ਗੁੱਡ ਮਾਰਨਿੰਗ ਪੁੱਤਰ। ਬਿੰਦਰ ਕਹਿੰਦਾ ਮੈਮ ਪਲੀਜ਼ ਲੈਟ ਮੀ ਹੋਲਡ ਯੋਰ ਬੈਗ ਫॉर ਯੂ। ਤੇ ਬਿੰਦਰ ਕਹਿੰਦਾ ਵੀ ਮੈਡਮ ਪਲੀਜ਼ ਮੈਨੂੰ ਉਹ ਤੁਹਾਡਾ ਬੈਗ ਫੜਨ ਦਿਓ, ਮੈਂ ਤੁਹਾਡੇ ਲਈ ਫੜ ਕੇ ਜਿੱਥੇ ਤੁਸੀਂ ਲੈ ਕੇ ਜਾਣਾ ਲੈ ਜਾਣਾ। ਮੈਡਮ ਇਟਸ ਓਕੇ ਮਾਈ ਸਨ। ਤੇ ਟੀਚਰ ਕਹਿੰਦੇ ਕੋਈ ਗੱਲ ਨਹੀਂ ਬੇਟਾ, ਮੈਂ ਫੜ ਲਾਂਗੀ। ਅੰਮ੍ਰਿਤ ਸਪਰੈਡਿੰਗ ਹਿਸ ਆਰਮਸ ਟੁਵਰਡਸ ਦ ਬੈਗ। ਅੰਮ੍ਰਿਤ ਆਪਣੀਆਂ ਦੋਹਾਂ ਜਿਹੜੇ ਹੱਥ ਹੈਗੇ ਨੇ ਐਵੇਂ ਕਰਕੇ ਖੋਲ ਦਿੰਦਾ
ठीक है, भी मैं बैग फड़ना है। नो मैडम प्लीज गिव इट टू मी। ते वो कहता नहीं नहीं मैडम तुसी मैनू दे दो। माय ग्रैंडमदर सेड that you get blessings on doing something for others। ਵੀ ਮੇਰੀ ਦਾਦੀ ਨੇ ਕਿਹਾ ਕਿ ਤੁਸੀਂ ਦੂਜਿਆਂ ਲਈ ਜਦੋਂ ਕੁਝ ਕਰਦੇ ਹੋ ਤਾਂ ਤੁਹਾਨੂੰ ਅਸੀਸਾਂ ਮਿਲਦੀਆਂ ਨੇ। ਮੈਡਮ ਵਾਓ ਵੈਰੀ ਗੁੱਡ ਸ਼ਾਬਾਸ਼ ਟੇਕ these files and give them to the principal। ਫਿਰ ਏਦਾਂ ਕਰੋ ਬੇਟਾ ਤੁਸੀਂ ਇਹ ਫਾਈਲਸ ਲੈ ਜਾਓ ਤੇ ਪ੍ਰਿੰਸੀਪਲ ਨੂੰ ਦੇ ਦਿਓ। ਕਿਹਾ ਬਿੰਦਰ ਨੇ ਵੀ ਸੀ ਪਰ ਅੰਮ੍ਰਿਤ ਨੇ ਆਪਣੀਆਂ ਬਾਹਾਂ ਖੋਲਤੀਆਂ ਸੀ ਵੀ ਮੈਂ ਕਰਾਂਗਾ ਹੀ ਕਰਾਂਗਾ। ਤੇ ਟੀਚਰ ਨੇ ਕਹਿਤਾ ਵੀ ਫਾਈਲਸ ਜਾ ਕੇ ਪ੍ਰਿੰਸੀਪਲ ਨੂੰ ਦੇ ਦਿਓ। The principal is standing outside the office। ਤੇ ਪ੍ਰਿੰਸੀਪਲ ਸਾਹਿਬ ਆਫਿਸ ਤੋਂ ਬਾਹਰ ਖੜੇ ਨੇ ਜਾਂ ਮੈਡਮ ਬਾਹਰ ਖੜੇ ਨੇ ਆਪਣੇ ਦਫ਼ਤਰ ਤੋਂ। both the boys advance towards them। यानी कि दोनों ਜਿਹੜੇ ਮੁੰਡੇ ਨੇ ਉਹ ਉਹਨਾਂ ਵੱਲ ਅੱਗੇ ਨੂੰ ਤੁਰਦੇ ਨੇ। both the boys दोनों ਮੁੰਡੇ good morning sir ਇਕੱਠੇ ਹੋ ਕੇ ਬੋਲਦੇ ਨੇ good morning sir ਤੇ ਪ੍ਰਿੰਸੀਪਲ ਬੋਲਦੇ ਨੇ good morning boys good morning ਮੁੰਡਿਓ। ਅੰਮ੍ਰਿਤ ਕਹਿੰਦਾ sir our Punjabi teacher has sent these files for you। ਜਨਾਬ ਯਸ ਸਰ ਸਾਡੇ ਪੰਜਾਬੀ ਅਧਿਆਪਕ ਨੇ ਇਹ ਫਾਈਲਾਂ ਤੁਹਾਡੇ ਲਈ ਭੇਜੀਆਂ ਨੇ। ਪ੍ਰਿੰਸੀਪਲ keep them in the office। ठीक है मेरे ऑफिस या मेरे दफ्तर च रख दो। Binder actually opens the door as a token of respect before the principal could open it। ਹੁਣ ਕੀ ਹੁੰਦਾ ਜਿਹੜੇ ਪ੍ਰਿੰਸੀਪਲ ਸਾਹਿਬ ਹੈਗੇ ਨੇ ਉਹ ਬਾਹਰ ਖੜੇ ਹੁੰਦੇ ਨੇ ਤੇ ਬਿੰਦਰ ਇੱਥੇ ਹੁੰਦਾ। ਉਹ ਆਪ ਦਰਵਾਜ਼ਾ ਨਾ ਖੋਲਣ ਪ੍ਰਿੰਸੀਪਲ ਇਸੇ ਕਰਕੇ ਬਿੰਦਰ ਉਹਨਾਂ ਲਈ ਦਰਵਾਜ਼ਾ ਖੋਲ ਦਿੰਦਾ ਉਹਨਾਂ ਨੂੰ ਇੱਜ਼ਤ ਦੇਣ ਲਈ। ਬਿੰਦਰ ਪਲੀਜ਼ ਮੂਵ ਇਨ ਸਰ। ਉਹ ਕਹਿੰਦਾ ਕਿਰਪਾ ਕਰਕੇ ਆਓ ਸਰ ਅੰਦਰ ਆਓ। ਪ੍ਰਿੰਸੀਪਲ ਥੈਂਕਸ ਅ ਲੋਟ ਮਾਈ ਸਨ। ਤੇ ਪ੍ਰਿੰਸੀਪਲ ਕਹਿੰਦੇ ਨੇ ਬਹੁਤ ਬਹੁਤ ਧੰਨਵਾਦ ਪੁੱਤਰ। ਬੋਥ ਦੋਨੋਂ ਮੁੰਡੇ ਕਹਿੰਦੇ ਨੇ ਥੈਂਕਸ ਅ ਲੋਟ ਸਰ ਥੈਂਕ ਯੂ ਸਰ ਧੰਨਵਾਦ ਤੁਹਾਡਾ। Saying this respectfully, both joined the other students sitting in front of them। ਇਹ ਕਹਿ ਕੇ ਕਿਉਂਕਿ ਉਹ ਅਸੈਂਬਲੀ ਲਈ ਜਾ ਰਹੇ ਸੀ ਤੇ ਦੋਵੇਂ ਮੁੰਡੇ ਉਸ ਸਭਾ ਦੇ ਵਿੱਚ ਜਿੱਥੇ ਵੀ ਬੱਚੇ ਬੈਠੇ ਸੀ ਉਹਨਾਂ ਨੂੰ ਜਾ ਕੇ ਉੱਥੇ ਜੁਆਇਨ ਕਰ ਲੈਂਦੇ ਨੇ। ਹੁਣ ਆ ਜਾਂਦਾ ਹੈ ਜੀ ਤੀਜਾ ਸੀਨ ਥਰਡ ਸੀਨ। ਕਲਾਸ ਇੰਚਾਰਜ ਇਜ਼ ਕਲੈਕਟਿੰਗ ਫੀ ਫਰੋਮ ਦ ਸਟੂਡੈਂਟਸ। ਕਲਾਸ ਦੇ ਜਿਹੜੇ ਟੀਚਰ ਨੇ ਉਹ ਬਾਕੀ ਬੱਚਿਆਂ ਤੋਂ ਜਾਂ ਸਾਰੇ ਬੱਚਿਆਂ ਤੋਂ ਸਕੂਲ ਦੀ ਫੀ ਕਲੈਕਟ ਕਰ ਰਹੇ ਨੇ। ਕੋਰਸ ਸਾਰੇ ਇਕੱਠੇ ਹੋ ਕੇ ਬੋਲਦੇ ਨੇ ਟੂ ਗਰਲਸ ਹਰਮਨ ਐਂਡ ਕੋਮਲ studying wholeheartedly। ਦੋ ਕੁੜੀਆਂ ਨੇ ਹੁਣ ਇਹ ਇਹਨਾਂ ਦੇ ਬਾਲ बढ़ाते ਮੈਂ। ਇੱਕ ਦਾ ਨਾਂ ਹੈ ਹਰਮਨ ਦੂਜੀ ਦਾ ਨਾਂ ਹੈ ਕੋਮਲ। ਪੂਰੇ ਦਿਲ ਦੇ ਨਾਲ ਉਹ ਪੜ੍ਹਦੀਆਂ ਨੇ। ਲੈਟਸ ਸੀ ਇਨ ਦ ਸਕੂਲ। ਸਕੂਲ 'ਚ ਦੇਖਦੇ ਆ ਕੀ ਹੁੰਦਾ। what type of noble work they do। ਵੀ ਉਹ ਸਕੂਲ ਦੇ ਵਿੱਚ ਕਿਹੜਾ ਚੰਗਾ ਕੰਮ ਕਰਦੇ ਨੇ। ਇੰਚਾਰਜ ਜਿਹੜੇ ਟੀਚਰ ਨੇ ਓਕੇ ਸਟੂਡੈਂਟਸ ਫਸਟ ਆਫ ਆਲ ਡਿਪੋਜ਼ਿਟ ਯੂਰ ਫੀ। ਇੰਚਾਰਜ ਕਹਿੰਦੇ ਨੇ ਠੀਕ ਹੈ ਬੱਚਿਓ ਵਿਦਿਆਰਥੀਓ ਸਭ ਤੋਂ ਪਹਿਲਾਂ ਆਪਣੀ ਫੀਸ ਜਮ੍ਹਾਂ ਕਰੋ। ਹਰਮਨ ਯੈਸ ਸਰ ਟੇਕ ਮਾਈ ਫੀ ਫਸਟ। ਹਰਮਨ ਕਹਿੰਦੀ ਹੈ ਵੀ ਠੀਕ ਹੈ ਸਰ ਪਹਿਲਾਂ ਤੁਸੀਂ ਮੇਰੀ ਫੀ ਲੈ ਲਓ। ਮੇਰੀ ਜਿਹੜੀ ਆਪਣੀ ਸਕੂਲ ਦੀ ਫੀਸ ਹੈਗੀ ਉਹ ਮੈਂ ਜਮ੍ਹਾਂ ਪਹਿਲਾਂ ਕਰ ਦਿੰਦੀ ਹਾਂ। ਇੰਚਾਰਜ ਔਨ ਸੀਇੰਗ ਦ 500 ਰੁਪੀ ਨੋਟ ਵੈਰੀ ਗੁੱਡ ਜਸਟ ਵੇਟ ਗਿਵਿੰਗ ਯੂ ਦ ਬੈਲੈਂਸ। ਉਹ 500 ਦਾ ਨੋਟ ਦਿੰਦੀ ਹੈ ਹਰਮਨ ਅਧਿਆਪਕ ਨੂੰ। ਠੀਕ ਹੈ ਤੇ ਦੇਖ ਕੇ ਜਿਹੜੇ ਇੰਚਾਰਜ ਨੇ ਉਹ ਕਹਿੰਦੇ ਨੇ ਸ਼ਾਬਾਸ਼ 2 ਮਿੰਟ ਰੁਕੋ ਮੈਂ ਤੁਹਾਨੂੰ ਕੱਟ ਕੇ ਪੈਸੇ ਵਾਪਸ ਦਿੰਨੀ ਆ ਜਾਂ ਦਿੰਨਾ ਹਾਂ ਜਿੰਨਾ ਵੀ ਬੈਲੈਂਸ ਹੈ। ਹਰਮਨ ਰਾਈਟ ਸਰ ਥੈਂਕ ਯੂ। ਉਹ ਕਹਿੰਦੀ ਠੀਕ ਹੈ ਸਰ ਧੰਨਵਾਦ। ਇੰਚਾਰਜ ਗੈਟ ਅਪ ਕੋਮਲ ਬ੍ਰਿੰਗ ਯੋਰ ਫੀ। ਫਿਰ ਕੋਮਲ ਦੀ ਵਾਰੀ ਆਉਂਦੀ ਹੈ ਵੀ ਕੋਮਲ ਹੁਣ ਤੁਸੀਂ ਆ ਜਾਓ ਆਪਣੀ ਫੀਸ ਲੈ ਕੇ। ਕੋਮਲ ਯੈਸ ਸਰ ਟੇਕ ਮਾਈ ਫੀ। ਤੁਸੀਂ ਵੀ ਮੇਰੀ ਫੀ ਲੈ ਲਓ। ਇੰਚਾਰਜ ਯੈਸ ਦੀਪ why aren't you getting up to deposit your fee। ਹੁਣ ਕੋਮਲ ਨੇ ਵੀ ਆਪਣੀ ਫੀਸ ਦੇਤੀ ਤੇ ਹੁਣ ਆਂਦੀ ਹੈ ਵਾਰੀ ਦੀਪ ਦੀ। ਤੇ ਅਧਿਆਪਕ ਜਿਹੜੇ ਨੇ ਉਹ ਦੀਪ ਤੋਂ ਪੁੱਛਦੇ ਨੇ ਵੀ ਤੁਸੀਂ ਕਿਉਂ ਨਹੀਂ ਉੱਠ ਰਹੇ ਆਪਣੀ ਫੀਸ ਦੇਣ ਦੇ ਲਈ। ਦੀਪ ਸਰ I could not bring my fee। ਤੇ ਦੀਪ ਕਹਿੰਦੇ ਨੇ ਸਰ ਮੈਂ ਆਪਣੀ ਫੀਸ ਨਹੀਂ ਲੈ ਕੇ ਆ ਸਕਿਆ ਜਾਂ ਸਕੀ। ਟੀਚਰ did you forget or couldn't bring। ਉਹ ਪੁੱਛਦੇ ਨੇ ਵੀ ਤੁਸੀਂ ਭੁੱਲ ਗਏ ਜਾਂ ਵੈਸੇ ਹੀ ਪੈਸੇ ਨਹੀਂ ਸੀ ਇਸ ਲਈ ਨਹੀਂ ਲੈ ਕੇ ਆ ਸਕੇ। Deep no sir this is not the case papa couldn't get any work and mom is ill। ਤੇ ਦੀਪ ਦੱਸਦੇ ਨੇ ਵੀ ਨਹੀਂ ਸਰ ਮੈਂ ਭੁੱਲਿਆ ਨਹੀਂ ਐਕਚੁਅਲੀ ਗੱਲ ਇਹ ਹੈਗੀ ਆ ਵੀ ਮੇਰੇ ਪਿਤਾ ਜੀ ਨੂੰ ਕੰਮ ਨਹੀਂ ਮਿਲ ਰਿਹਾ ਤੇ ਮੇਰੇ ਮੰਮੀ ਬਿਮਾਰ ਨੇ। ਇੰਚਾਰਜ ਓਕੇ ਇਟ ਡਸਨਟ ਮੈਟਰ। ਤੇ ਟੀਚਰ ਕਹਿੰਦੇ ਨੇ ਕੋਈ ਗੱਲ ਨਹੀਂ ਫਿਕਰ ਨਾ ਕਰੋ
आई विल डिपॉजिट इट माई सेल्फ, मैं अपने पैसे तो डिपॉजिट कर दांगी, भर दांगी थोड़ी फीस। यू जस्ट स्टडी होल हार्टेडली, तुसी मन ला के पढ़ाई करो। हरमन, नो सर, आई विल डिपॉजिट इट। हरमन कहती है भी नहीं नहीं सर, तुसी ना भरो, मैं एदी फीस भरांगी। पापा often says that we should be kind and help other needy fellow mates। पापा हमेशा कहते ने भी सानू ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ ਤੇ ਦੂਜਿਆਂ ਪ੍ਰਤੀ ਨਿਮਰਤਾ ਦਿਖਾਣੀ ਚਾਹੀਦੀ ਹੈ। ਇੰਚਾਰਜ, ਵੈਰੀ ਗੁੱਡ ਹਰਮਨ। ਹਰਮਨ ਨੂੰ 500 ਦੇ ਚੇਂਜ ਦੇਣੀ ਸੀ ਨਾ, ਉਹਨੇ 500 ਦਿੱਤੇ ਸੀ, ਤਾਂ ਉਹ ਕਹਿੰਦੀ ਪਾਪਾ ਨੇ ਕਿਹਾ ਵੀ ਜਿਹਦੀ ਮਦਦ ਹੋ ਸਕੇ ਕਰੋ। ਇੰਨੀ ਦੇਰ ਨੂੰ ਰਾਮ ਪ੍ਰਸਾਦ ਦੀ ਵਾਰੀ ਆ ਜਾਂਦੀ ਹੈ। ਆਈ ਹੈਵ ਯੈਟ ਟੂ ਡਿਪੋਜ਼ਿਟ ਮਾਈ ਫੀ, ਮੈਂ ਅਜੇ ਆਪਣੀ ਫੀਸ ਜਮ੍ਹਾਂ ਕਰਾਣੀ ਹੈ। ਆਈ ਹੈਵ ਹਾਫ ਆਫ ਦੀ ਅਮਾਊਂਟ, ਆਈ ਵਿਲ ਗਿਵ ਦ ਰੈਸਟ ਆਫ ਇਟ ਲੇਟਰ। ਤੇ ਰਾਮ ਪ੍ਰਸਾਦ ਕਹਿੰਦਾ ਵੀ ਮੇਰੇ ਕੋਲ ਅਜੇ ਅੱਧੇ ਹੀ ਪੈਸੇ ਨੇ ਫੀਸ ਦੇ, ਅੱਧੇ ਮੈਂ ਬਾਅਦ ਚ ਦੇ ਦਾਂਗਾ। ਕੋਮਲ, ਇੰਟਰਵੀਨਿੰਗ ਸਟੈਂਡਸ ਅਪ, ਗੱਲ ਨੂੰ ਵਿੱਚ ਕੱਟਦੇ ਹੋਏ ਖੜੇ ਹੋ ਜਾਂਦੀ ਹੈ। Yes sir, Ram Prasad lives with his maternal grandparents in our colony। ਤੇ ਕੋਮਲ ਦੱਸਦੀ ਹੈ ਵੀ ਰਾਮ ਪ੍ਰਸਾਦ ਆਪਣੇ ਨਾਨਾ ਨਾਨੀ, ਮੈਟਰਨਲ ਯਾਨੀ ਮੰਮੀ ਦੀ ਸਾਈਡ ਤੋਂ ਜਿਹੜੇ ਗ੍ਰੈਂਡ ਪੈਰੈਂਟਸ ਨੇ, ਨਾਨਾ ਨਾਨੀ ਨਾਲ ਰਹਿੰਦਾ ਹੈ ਸਾਡੀ ਕਾਲੋਨੀ ਵਿੱਚ। ਪਲੀਜ਼ ਡਿਪੋਜ਼ਿਟ ਹਿਸ ਫੀ ਫਰਮ ਮਾਈ ਬੈਲੈਂਸ, ਤੇ ਕਹਿੰਦਾ ਵੀ ਨਾਨਾ ਨਾਨੀ ਨਾਲ ਰਹਿੰਦਾ ਵੀ ਇਹਦੇ ਜਿਹੜੇ ਪੈਸੇ ਨੇ ਉਹ ਮੇਰੀ ਜਿਹੜੀ ਫੀਸ ਹੈਗੀ ਹੈ, ਜਿੰਨੇ ਪੈਸੇ ਬਚ ਜਾਂਦੇ ਨੇ ਉਹਦੇ ਤੋਂ ਤੁਸੀਂ ਭਰ ਲਓ। ਇੰਚਾਰਜ, ਲੌਂਗ ਲਿਵ ਮਾਈ ਬਰੇਵ ਕਿਡਸ। ਟੀਚਰ ਕਹਿੰਦੇ ਨੇ ਬੱਚਿਓ ਜਿੰਦੇ ਰਹੋ। ਯੂ ਆਰ ਵੈਰੀ ਕਾਈਂਡ, ਤੁਸੀਂ ਸਭ ਬਹੁਤ ਦਿਆਲੂ ਹੋ। Your fellow mates are helped and pleasure is also achieved। ਇੱਕ ਤਾਂ ਤੁਸੀਂ ਆਪਣੇ ਨਾਲਦਿਆਂ ਦੀ ਮਦਦ ਕੀਤੀ, ਪਰ ਇਹ ਮਦਦ ਕਰਕੇ ਤੁਹਾਨੂੰ ਆਪਣੇ ਆਪ ਨੂੰ ਆਨੰਦ ਆਇਆ ਹੋਏਗਾ, ਖੁਸ਼ੀ ਮਹਿਸੂਸ ਹੋਏਗੀ। ਰਾਮ ਪ੍ਰਸਾਦ nods his head with respect and feels happy। ਰਾਮ ਪ੍ਰਸਾਦ ਆਦਰ ਦੇ ਨਾਲ, ਸਤਿਕਾਰ ਦੇ ਨਾਲ ਆਪਣਾ ਸਰ ਹਿਲਾਉਂਦਾ ਹੈ ਤੇ ਖੁਸ਼ੀ ਮਹਿਸੂਸ ਕਰਦਾ ਹੈ ਵੀ ਉਹਨੂੰ ਪੈਸੇ ਭਰਨ ਦੀ ਟੈਨਸ਼ਨ ਨਹੀਂ ਰਹੀ ਹੁਣ। On seeing all this, the students of the class experience a different type of pleasure। ਖੁਸ਼ੀ ਆ ਸਭ ਦੇਖ ਕੇ ਜਿਹੜੇ ਬੱਚੇ ਨੇ ਕਲਾਸ ਦੇ, ਉਹਨਾਂ ਨੂੰ ਵੱਖ ਤਰੀਕੇ ਦੀ ਹੀ ਖੁਸ਼ੀ ਮਹਿਸੂਸ ਹੁੰਦੀ ਹੈ। ਜਦ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਨਾ, ਤੁਹਾਨੂੰ ਦਿਲੋਂ ਖੁਸ਼ੀ ਹੁੰਦੀ ਹੈ। Teacher addresses them after looking at their pleasant faces। ਤੇ ਟੀਚਰ ਫਿਰ ਕੁਝ ਕਹਿੰਦੇ ਨੇ ਉਹਨਾਂ ਨੂੰ, ਉਹਨਾਂ ਦੇ ਖੁਸ਼ ਚਿਹਰੇ ਦੇਖ ਕੇ। ਇੰਚਾਰਜ, very good students, शाबाश बच्चों, you must have realized what kind of ecstasy kindness gives you। ecstasy यानी कि खुशी। ਹੁਣ ਤੁਸੀਂ ਸਭ ਨੂੰ ਸਮਝ ਆ ਗਿਆ ਹੋਵੇਗਾ ਵੀ ਜਿਹੜੀ ਕਾਈਂਡਨੈਸ ਹੈਗੀ ਹੈ ਉਹ ਤੁਹਾਨੂੰ ਕਿਹੋ ਜਿਹਾ ਅਹਿਸਾਸ ਕਰਾਉਂਦੀ ਹੈ, ਕਿਹੋ ਜਿਹੀ ਖੁਸ਼ੀ ਦਿੰਦੀ ਹੈ। ਇਨ ਫੈਕਟ ਦਿਸ ਇਜ਼ ਦ ਰੀਅਲ ਜੋਏ ਆਫ ਲਾਈਫ। ਅਸਲ ਵਿੱਚ ਇਹ ਜੀਵਨ ਦਾ ਅਸਲ ਆਨੰਦ ਹੈਗਾ। ਟੇਕ ਆਊਟ ਯੋਰ ਬੁੱਕਸ, ਹੁਣ ਆਪਣੀਆਂ ਕਿਤਾਬਾਂ ਕੱਢੋ। Let's read the next lesson on beautiful life। ਹੁਣ ਆਪਾਂ ਅਗਲਾ ਲੈਸਨ ਪੜ੍ਹਨਾ, ਅਗਲਾ ਪਾਠ ਪੜ੍ਹਨਾ ਜੋ ਕਿਹਦੇ ਤੇ ਹੈਗਾ, ਸੁੰਦਰ ਜੀਵਨ ਤੇ। ਠੀਕ ਹੈ ਬੇਟਾ, ਇਹ ਸੀ ਕਾਈਂਡਨੈਸ ਤੋਂ ਰਿਲੇਟਡ ਚੈਪਟਰ। ਹੁਣ ਆਪਾਂ ਕੁਐਸਚਨ ਆਨਸਰਸ ਕਰਾਂਗੇ। ਇਹਨਾਂ ਦੇ ਜਿਹੜੇ ਆਨਸਰਸ ਨੇ ਉਹ ਮੈਂ ਵੱਡੇ ਇਸ ਲਈ ਲਿਖੇ ਨੇ, ਮੰਨ ਲਓ 1 ਨੰਬਰ ਦਾ ਸਵਾਲ ਆ ਜਾਂਦਾ, ਤੁਸੀਂ 1 ਲਾਈਨ ਲਿਖ ਦਿਓ, ਪਹਿਲੀ ਲਾਈਨ। ਜੇ 3 ਨੰਬਰ ਦਾ ਆ ਜਾਂਦਾ ਥੋੜਾ ਜਿਹਾ ਵੱਡਾ ਲਿਖ ਦਿਓ, ਤੇ ਜੇ 5 ਜਾਂ 8 ਨੰਬਰ ਦਾ ਵੀ ਆ ਜਾਂਦਾ ਤਾਂ ਵੀ ਤੁਸੀਂ ਲਿਖ ਪਾਓ, ਹੋਰ ਕਿਤੇ ਤੁਹਾਨੂੰ ਜਾਣਾ ਨਾ ਪਏ। ਇਸੇ ਕਰਕੇ ਮੈਂ ਪੂਰਾ ਆਨਸਰ ਦੱਸਾਂਗੀ। ਪਹਿਲਾ ਸਵਾਲ ਹੈਗਾ, ਅਕੋਰਡਿੰਗ ਟੂ ਦ ਫਰਸਟ ਸੀਨ ਵਿਚ ਵੈਲਿਊਜ਼ ਸ਼ੁੱਡ ਯੂ ਅਡਾਪਟ। ਪਹਿਲਾ ਜਿਹੜਾ ਸੀਨ ਸੀ ਜਦ ਬਿੰਦਰ ਤੇ ਉਹਦਾ ਦੋਸਤ ਮਿਲੇ ਸੀ, ਤਾਂ ਤੁਸੀਂ ਉਸ ਸੀਨ ਤੋਂ ਕਿਹੜੇ ਜਿਹੜੇ ਮੁੱਲ ਹੈਗੇ ਨੇ ਉਹ ਆਪਣੇ ਜੀਵਨ ਦੇ ਵਿੱਚ ਲੈ ਕੇ ਆਓਗੇ। ਤੇ ਇਹਦਾ ਆਨਸਰ ਮੈਂ ਇਹ ਲਿਖਿਆ, when we do good, good things come around। ਜਦ ਆਪਾਂ ਚੰਗਾ ਕਰਦੇ ਹਾਂ ਕਿਸੇ ਲਈ ਤਾਂ ਵਾਪਸ ਸਾਡੇ ਕੋਲ ਆਂਦਾ ਹੀ ਆਂਦਾ। ਜੇ ਤਾਂ 1 ਨੰਬਰ ਦਾ ਤਾਂ ਤੁਸੀਂ ਇਹ ਲਿਖ ਸਕਦੇ ਹੋ, ਜੇ ਜ਼ਿਆਦਾ ਨੰਬਰ ਦਾ ਪੂਰਾ ਲਿਖ ਦਿਓ। According to the first scene, I believe that we must make sure that we adopt good values। ਪਹਿਲੇ ਸੀਨ ਦੇ ਅਨੁਸਾਰ ਮੈਂ ਇਹ ਮੰਨਦੀ ਹਾਂ ਵੀ ਸਾਨੂੰ ਯਕੀਨਨ ਤੌਰ ਤੇ ਚੰਗੀਆਂ ਜਿਹੜੇ ਗੁਣ ਹੈਗੇ ਨੇ, ਵੈਲਿਊਜ਼ ਹੈਗੇ ਨੇ, ਉਹ ਆਪਣੇ ਜੀਵਨ ਦੇ ਵਿੱਚ ਲੈ ਕੇ ਆਣੇ ਚਾਹੀਦੇ ਨੇ। We must selflessly keep doing good deeds and do not worry about the fruits of it। Do not mean not worry ਆਏਗਾ, ਵੀ ਸਾਨੂੰ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਤੇ ਫਲ ਦਾ ਵੇਟ ਨਹੀਂ ਕਰਨੀ ਚਾਹੀਦੀ ਵੀ ਇਹ ਚੰਗਾ ਕੰਮ ਕੀਤਾ ਹੈ ਤਾਂ ਇਹਦਾ ਇਹ ਸਾਨੂੰ ਇਨਾਮ ਮਿਲੂਗਾ। We must do good deeds unconditionally without expecting anything in return।
ਸਾਨੂੰ ਨਿਸਵਾਰਥ ਭਾਵਨਾ ਦੇ ਨਾਲ ਬਿਨਾਂ ਕਿਸੇ ਸੋਚ ਤੋਂ ਵੀ ਮੈਨੂੰ ਇਹ ਮਿਲੂਗਾ, ਸਾਨੂੰ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ। ਇਹ ਨਹੀਂ ਵੀ ਅਦਲਾ ਬਦਲੀ ਹੋਏ, ਮੈਂ ਚੰਗਾ ਕੰਮ ਕੀਤਾ ਹੁਣ ਇਹਦੇ ਬਦਲੇ ਮੈਨੂੰ ਕੁਝ ਮਿਲੇ। ਅਗਲਾ ਸੈਕਿੰਡ, ਵਿਚ ਲਾਈਨ ਡਿਡ ਅੰਮ੍ਰਿਤ ਹਮ ਅਗੇਨ ਐਂਡ ਅਗੇਨ? ਕਿਹੜੀ ਲਾਈਨ ਸੀ ਜੋ ਅੰਮ੍ਰਿਤ ਮੁੜ ਮੁੜ ਬੋਲ ਰਿਹਾ ਸੀ? ਦੇਖੋ, when we do good things come back to us as well। ਵੀ ਜਦ ਆਪਾਂ ਚੰਗੀਆਂ ਚੀਜ਼ਾਂ ਕਰਦੇ ਨੇ, ਚੰਗੇ ਕੰਮ ਕਰਦੇ ਨੇ, ਤਾਂ ਉਹ ਮੁੜ ਸਾਡੇ ਕੋਲ ਕਿਸੇ ਨਾ ਕਿਸੇ ਤਰੀਕੇ ਜ਼ਰੂਰ ਆਉਂਦਾ ਹੈ। ਅੰਮ੍ਰਿਤ is humming the following line again and again। ਆਪਾਂ ਇਹ ਕਹਿ ਸਕਦੇ ਹਾਂ ਕਿਹੜੀ ਲਾਈਨ ਬੋਲ ਰਿਹਾ ਸੀ? do good have good, a good deeds ਨਹੀਂ, will always come around। ਇੱਥੇ ਯਾਦ ਰੱਖਿਓ deeds ਨਹੀਂ ਆਏਗਾ, deed ਆਏਗਾ। ਵੀ ਚੰਗੇ ਕੰਮ ਜਿਹੜੇ ਹੁੰਦੇ ਨੇ ਜੋ ਤੁਸੀਂ ਕਰਦੇ ਹੋ, ਵਾਪਸ ਤੁਹਾਡੇ ਕੋਲ ਕਿਸੇ ਨਾ ਕਿਸੇ ਤਰੀਕੇ ਜ਼ਰੂਰ ਆਉਂਦੇ ਨੇ। means that if we do good things will come back at us। this is the basic fundamental of karma as well। ਕਰਮਾ ਦਾ ਇਹ ਇੱਕ ਮੁੱਲ ਹੈਗਾ ਵੀ ਜੇ ਤੁਸੀਂ ਕਿਸੇ ਦਾ ਚੰਗਾ ਕਰਦੇ ਹੋ ਤਾਂ ਤੁਹਾਡੇ ਨਾਲ ਵੀ ਚੰਗਾ ਹੋਊਗਾ। ਅੱਗੇ ਚੱਲਦੇ ਹਾਂ। How did ਬਿੰਦਰ and ਅੰਮ੍ਰਿਤ help the teacher in the second scene? ਦੂਜੇ ਸੀਨ ਦੇ ਵਿੱਚ ਬਿੰਦਰ ਤੇ ਅੰਮ੍ਰਿਤ ਨੇ ਟੀਚਰ ਦੀ ਕਿਵੇਂ ਮਦਦ ਕੀਤੀ? ਆ ਦੇਖੋ, ਇਹਦਾ ਆਨਸਰ ਇਹ ਹੈਗਾ, ਅੰਮ੍ਰਿਤ was practicing doing good deeds because he knew that good deeds would always come back। ਅੰਮ੍ਰਿਤ and ਬਿੰਦਰ ਵੀ ਤੁਸੀਂ ਲਿਖ ਸਕਦੇ ਹੋ। ਅੰਮ੍ਰਿਤ ਤੇ ਬਿੰਦਰ ਦੋਨੋਂ ਦੋਸਤ ਜਿਹੜੇ ਹੈਗੇ ਨੇ ਮਿਲ ਕੇ ਚੰਗਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਚੰਗਾ ਕੰਮ ਜੇ ਆਪਾਂ ਕਰਾਂਗੇ ਤਾਂ ਮੁੜ ਸਾਡੇ ਕੋਲ ਹੀ ਆਊਗਾ ਕਿਸੇ ਨਾ ਕਿਸੇ ਤਰੀਕੇ। ਇਨ ਦ ਸੈਕਿੰਡ ਸੀਨ, ਹੁਣ ਮੈਂ ਡਿਟੇਲ ਦੇ ਵਿੱਚ ਦੱਸ ਰਹੀ ਹਾਂ। we see that when the teacher entered, ਆਪਾਂ ਦੇਖਦੇ ਹਾਂ ਵੀ ਜਦ ਟੀਚਰ ਐਂਟਰ ਹੁੰਦੇ ਨੇ, ਬਿੰਦਰ asked to help the teacher with her bag। ਬਿੰਦਰ ਪੁੱਛਦੇ ਨੇ ਵੀ ਮੈਂ ਤੁਹਾਡਾ ਬੈਗ ਕੈਰੀ ਕਰ ਲਾਂ, ਮੈਂ ਮਦਦ ਕਰਦਾ। ਅੰਮ੍ਰਿਤ carried the teacher's bag for her। ਤੇ ਅੰਮ੍ਰਿਤ ਜਿਹੜੇ ਨੇ ਉਹ ਲੈ ਹੀ ਲੈਂਦੇ ਨੇ ਬੈਗ, ਵੀ ਮੈਂ ਹੀ ਛੱਡ ਕੇ ਆਣਾ। he did so, comma ਪਾ ਕੇ, so that the teacher would not be burdened by him। he did so that the teacher would not be burdened by her bag। ਉਹਨਾਂ ਨੇ ਇਸ ਲਈ ਕੀਤਾ ਤਾਂ ਕਿ ਟੀਚਰ ਨੂੰ ਆਪਣਾ ਬੈਗ ਨਾ ਚੱਕਣਾ ਪਏ। and because he wanted to do a good deed, ਕਿਉਂਕਿ ਉਹ ਚੰਗਾ ਕੰਮ ਕਰਨਾ ਵੀ ਚਾਹੁੰਦੇ ਸੀ। ਇਸ ਤੋਂ ਇਲਾਵਾ ਤੁਸੀਂ ਇਹ ਵੀ ਲਿਖ ਸਕਦੇ ਹੋ ਜੇ ਜ਼ਿਆਦਾ ਨੰਬਰ ਦਾ ਆਏ, ਅੰਮ੍ਰਿਤ was a very kind person। ਉਹ ਇੱਕ ਨੇਕ ਦਿਲ ਦਾ ਇਨਸਾਨ ਸੀ। he had been practicing doing good deeds just like how his grandmother had asked him to। ਉਹ ਜਿਵੇਂ ਉਹਦੇ ਦਾਦੀ ਨੇ ਉਹਨੂੰ ਸਿਖਾਇਆ ਸੀ ਉਵੇਂ ਹੀ ਉਹ ਚੰਗੇ ਕੰਮ ਕਰਦਾ ਜਾ ਰਿਹਾ ਸੀ। he knew that if he did good deeds, good things would come back to him as well, ਜਾਂ come back as well। ਉਹਨੂੰ ਪਤਾ ਸੀ ਵੀ ਜੇ ਆਪਾਂ ਕਿਸੇ ਲਈ ਚੰਗਾ ਕਰਦੇ ਹਾਂ ਤਾਂ ਉਹ ਵਾਪਸ ਮੁੜ ਸਾਡੇ ਕੋਲ ਜ਼ਰੂਰ ਆਉਂਦਾ ਹੈ। ਅੱਗੇ ਚੱਲਦੇ ਹਾਂ, ਚੌਥਾ ਸਵਾਲ। In the third scene, what lesson do you get from the mutual cooperation of the students? ਤੀਜੇ ਸੀਨ ਦੇ ਵਿੱਚ ਬੱਚਿਆਂ ਵਿੱਚ ਆਪਸੀ ਜਿਹੜਾ ਸਹਿਯੋਗ ਸੀ ਉਹ ਦੇਖ ਕੇ ਤੁਸੀਂ ਕੀ ਲੈਸਨ ਸਿੱਖਿਆ? ਇਹਦਾ ਆਨਸਰ ਇਹ ਹੈਗਾ, few students could not pay the fees, so the other students paid from their balance। ਕੁਝ ਬੱਚੇ ਜਾਂ ਕੁਝ ਵਿਦਿਆਰਥੀ ਆਪਣੀ ਫੀ ਨਹੀਂ ਭਰ ਸਕਦੇ ਸੀ ਤਾਂ ਬਾਕੀਆਂ ਨੇ ਆਪਣੇ ਬਚੇ ਹੋਏ ਪੈਸੇ ਤੋਂ ਉਹਨਾਂ ਦੀ ਫੀਸ ਭਰਤੀ। some students were not able to pay their fee because of their financial problems or family issues। ਡਿਟੇਲ ਦੇ ਵਿੱਚ ਇਵੇਂ ਲਿਖ ਸਕਦੇ ਹਾਂ ਵੀ ਕੁਝ ਵਿਦਿਆਰਥੀ ਆਪਣੀ ਫੀਸ ਨਹੀਂ ਭਰ ਸਕਦੇ ਸੀ। ਕਿਉਂ? ਕਿਉਂਕਿ ਉਹਨਾਂ ਕੋਲ ਪੈਸੇ ਨਹੀਂ ਸੀ ਘਰ ਵਿੱਚ, ਜਾਂ ਫਿਰ ਉਹਨਾਂ ਦੀ ਫੈਮਿਲੀ ਪਰਿਵਾਰ ਵਿੱਚ ਕੋਈ ਪ੍ਰੋਬਲਮ ਸੀ। so the rest of the students paid their fee from their balance slip and made them happy। ਤਾਂ ਬਾਕੀ ਜਿਹੜੇ ਬੱਚੇ ਸੀ ਉਹਨਾਂ ਨੇ ਆਪਣੇ ਬਚੇ ਹੋਏ ਪੈਸੇ ਵਿੱਚੋਂ ਉਹਨਾਂ ਦੀ ਫੀਸ ਭਰਤੀ ਤੇ ਉਹਨਾਂ ਨੂੰ ਖੁਸ਼ ਕਰਤਾ, ਆਪ ਵੀ ਖੁਸ਼ ਹੋਏ ਹੋਣੇ। here we can see the kindness and cooperation of the students among themselves। ਇੱਥੇ ਅਸੀਂ ਦੇਖ ਸਕਦੇ ਹਾਂ ਕਿ ਵਿਦਿਆਰਥੀਆਂ ਵਿੱਚ ਆਪਣੇ ਆਪ ਦੇ ਵਿੱਚ ਕਿੰਨੀ ਕਾਈਂਡਨੈਸ ਹੈਗੀ ਹੈ ਤੇ ਕਿੰਨਾ ਉਹ ਕੋਆਪਰੇਟ ਕਰਦੇ ਨੇ, ਇੱਕ ਦੂਜੇ ਨਾਲ ਚੱਲਦੇ ਨੇ। here the lesson is cooperation makes the man more happier and strengthy। ਇਸ ਤੋਂ ਲੈਸਨ ਜਾਂ ਸਬਕ ਇਹ ਮਿਲਦਾ ਹੈ ਵੀ ਸਹਿਯੋਗ ਮਨੁੱਖ ਨੂੰ ਵਧੇਰੇ ਖੁਸ਼ਹਾਲ ਬਣਾਉਂਦਾ ਹੈ ਤੇ ਮਜ਼ਬੂਤੀ ਵੀ ਲੈ ਕੇ ਆਉਂਦਾ ਰਿਸ਼ਤਿਆਂ ਵਿੱਚ। ਜੇ ਤੁਸੀਂ ਇੱਕ ਹੋਰ ਲਾਈਨ ਲਿਖਣੀ ਹੈ, this shows how kind they were। ਇਹ ਦਰਸਾਉਂਦਾ ਹੈ ਵੀ ਉਹ ਕਿੰਨੇ ਦਿਆਲੂ ਸਨ। the teacher was very happy to see
that they were being cooperative and kind। ਤੇ ਅਧਿਆਪਕ ਵੀ ਇਹ ਦੇਖ ਕੇ ਬਹੁਤ ਖੁਸ਼ ਹੋਏ ਕਿ ਉਹ ਸਹਿਯੋਗ ਨਾਲ ਚੱਲ ਰਹੇ ਸੀ ਤੇ ਇੱਕ ਦੂਜੇ ਪ੍ਰਤੀ ਦਿਆਲੂ ਸੀ। ਅੱਗੇ ਚੱਲਦੇ ਹਾਂ, ਪ੍ਰੈਕਟੀਕਲ ਵਰਕ ਦਿੱਤਾ ਹੋਇਆ, ਤੁਸੀਂ ਕੋਸ਼ਿਸ਼ ਕਰਿਓ ਇਹਦਾ ਜਵਾਬ ਦੇਣ ਦੀ। ਪਹਿਲਾ ਸਵਾਲ, ask the students to have their lunch together during the recess। ਵਿਦਿਆਰਥੀਆਂ ਨੂੰ ਅੱਧੀ ਛੁੱਟੀ ਵੇਲੇ ਉਹਨਾਂ ਨੂੰ ਕਹੋ ਵੀ ਇਕੱਠੇ ਬੈਠ ਕੇ ਖਾਣਾ ਖਾਣ। keep monitoring and encourage them to be kind and help each other। ਉਹਨਾਂ ਤੇ ਨਿਗਰਾਨੀ ਰੱਖੋ ਤੇ ਉਹਨਾਂ ਨੂੰ ਦਿਆਲੂ ਹੋਣ ਤੇ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਉਤਸ਼ਾਹਿਤ ਕਰੋ। ਦੇਖੋ ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ। ਕੀ ਫਾਇਦੇ ਨੇ ਜਦੋਂ ਆਪਾਂ ਇਕੱਠੇ ਖਾਣਾ ਖਾਂਦੇ ਨੇ? ਮੰਨ ਲਓ ਇਹ ਸਵਾਲ ਤੁਹਾਡੇ ਕੋਲ ਆ ਜਾਏ ਪੇਪਰ ਦੇ ਵਿੱਚ, ਤਾਂ ਜਾਂ ਤਾਂ ਤੁਸੀਂ A ਲਿਖ ਸਕਦੇ ਹੋ ਜਾਂ ਜ਼ਿਆਦਾ ਨੰਬਰ ਦਾ ਤਾਂ A ਵੀ ਐਡ ਕਰ ਸਕਦੇ ਹੋ। When people eat food together, they spend time with each other and this is a very good thing। ਜਦ ਲੋਕ ਇਕੱਠੇ ਖਾਣਾ ਖਾਂਦੇ ਨੇ ਤਾਂ ਇੱਕ ਦੂਜੇ ਨਾਲ ਸਮਾਂ ਬਿਤਾਉਂਦੇ ਨੇ, ਜੋ ਕਿ ਇੱਕ ਚੰਗੀ ਗੱਲ ਹੈ। Students must be encouraged to eat lunch together। ਤੇ ਵਿਦਿਆਰਥੀਆਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੀਦਾ ਹੈ ਸਾਨੂੰ ਵੀ ਉਹ ਖਾਣਾ ਇਕੱਠੇ ਖਾਣ। This would help them to communicate with each other। ਇਸ ਨਾਲ ਜਦੋਂ ਇਕੱਠੇ ਖਾਣਾ ਖਾਣਗੇ ਇੱਕ ਦੂਜੇ ਨਾਲ ਗੱਲਬਾਤ ਕਰ ਸਕਣਗੇ। which would improve their communication skills। ਜਿਹਦੇ ਨਾਲ ਉਹ ਆਪਣੇ ਬੋਲਚਾਲ ਦੇ ਜਿਹੜੇ ਗੁਣ ਹੈਗੇ ਨੇ ਉਹਦੇ ਵਿੱਚ ਇੰਪਰੂਵਮੈਂਟ ਦੇਖ ਸਕਣਗੇ, ਕਰ ਸਕਣਗੇ। Students would also learn to share their food with others। ਤੇ ਉਹ ਇਹ ਵੀ ਸਿੱਖਣਗੇ ਗੁਣ ਕਿ ਕਿਵੇਂ ਆਪਣਾ ਖਾਣਾ ਦੂਜਿਆਂ ਦੇ ਨਾਲ ਸ਼ੇਅਰ ਕਰਨਾ ਹੈ, ਸਾਂਝਾ ਕਰਨਾ ਹੈ। They would be friends with each other and be happy। ਇੱਕ ਦੂਜੇ ਨਾਲ ਉਹ ਦੋਸਤ ਬਣਨਗੇ ਤੇ ਖੁਸ਼ ਵੀ ਰਹਿਣਗੇ। ਹੋਰ ਕੀ ਫਾਇਦੇ ਨੇ ਦੇਖੋ ਖਾਣਾ ਇਕੱਠੇ ਖਾਣ ਦੇ? ਹੈਲਥ ਐਂਡ ਸੋਸ਼ਲ ਬੈਨੀਫਿਟਸ ਆਫ ਈਟਿੰਗ ਟੂਗੇਦਰ। ਇਕੱਠਾ ਖਾਣਾ ਖਾਣ ਦੇ ਇੱਕ ਤਾਂ ਸਿਹਤ ਤੇ ਵਧੀਆ ਅਸਰ ਹੁੰਦੇ ਨੇ ਤੇ ਤੁਸੀਂ ਦੋਸਤੀ ਵੀ ਵਧਾਉਂਦੇ ਹੋ। ਦੂਜਾ, ਹੈਲਦੀ ਈਟਿੰਗ ਹੈਬਿਟਸ ਇਨਟੂ ਚਾਈਲਡਹੁੱਡ। ਜਦ ਆਪਾਂ ਬੱਚੇ ਹੁੰਦੇ ਆ ਇਕੱਠੇ ਖਾਣਾ ਖਾਂਦੇ ਆ ਤਾਂ ਭੁੱਖ ਵੀ ਲੱਗਦੀ ਹੈ ਤੇ ਸਾਡੀ ਆਦਤਾਂ ਵੀ ਸੁਧਰਦੀਆਂ ਨੇ। ਅਗਲਾ, ਅ ਮੋਰ ਹੈਲਦੀ ਬੋਡੀ ਵੇਟ। ਤੁਹਾਡਾ ਭਾਰ ਵੀ ਵੱਧਦਾ ਹੈ ਖੁਸ਼ ਹੋ ਕੇ ਤੁਸੀਂ ਖਾਂਦੇ ਹੋ। A reduced risk of eating disorders। ਵੀ ਮੈਨੂੰ ਇਹ ਨਹੀਂ ਪਸੰਦ, ਉਹ ਨਹੀਂ ਪਸੰਦ, ਇਕੱਠੇ ਹੋ ਕੇ ਤਾਂ ਸਭ ਕੁਝ ਖਾਇਆ ਜਾਂਦਾ ਹੈ। There were less behavioral issues। ਬੰਦੇ ਦੇ ਜਿਹੜੇ ਬਿਹੇਵੀਅਰ ਹੈਗਾ, ਵਿਵਹਾਰ ਹੈਗਾ, ਉਹਦੇ ਇਸ਼ੂਜ਼ ਜਿਹੜੇ ਹੁੰਦੇ ਨੇ ਉਹ ਘੱਟ ਹੁੰਦੇ ਨੇ ਕਿਉਂਕਿ ਤੁਸੀਂ ਸਾਂਝ ਸਿੱਖਦੇ ਹੋ। Self esteem is higher and depression is lower। ਜਿਹੜੀ ਆਪਣੇ ਆਪ ਦੀ ਇੱਜ਼ਤ ਕਰਨ ਦੀ ਜਿਹੜੀ ਗੁਣ ਹੈਗਾ ਉਹ ਵੱਧਦੀ ਹੈ ਤੇ ਡਿਪਰੈਸ਼ਨ ਵੀ ਘੱਟ ਹੁੰਦਾ ਹੈ। ਇਹ ਫਾਇਦੇ ਹੁੰਦੇ ਨੇ ਇਕੱਠਾ ਖਾਣਾ ਖਾਣ ਦੇ। ਅੱਗੇ ਚੱਲਦੇ ਹਾਂ, ਦੂਜਾ ਸਵਾਲ। On a chart, write in bright colors the names of the characters who showed kindness in the role play। ਇੱਕ ਵੱਡੇ ਚਾਰਟ ਤੇ ਤੁਸੀਂ ਉਹਨਾਂ ਦੇ ਨਾਂ ਲਿਖਣੇ ਨੇ ਜਿਨ੍ਹਾਂ ਨੇ ਇਸ ਐਕਟ ਦੇ ਵਿੱਚ ਕਾਈਂਡਨੈਸ ਦਿਖਾਈ ਹੈ। ਆ ਦੇਖੋ ਮੈਂ ਆਨਸਰ ਲਿਖਤਾ, ਅੰਮ੍ਰਿਤ showed kindness by offering a seat to his friend on his cycle। ਉਹਨੇ ਕਿਹਾ ਸੀ ਬਿੰਦਰ ਨੂੰ ਵੀ ਮੇਰੇ ਨਾਲ ਬੈਠ ਜਾ ਸਾਈਕਲ ਤੇ। ਦੂਜਾ, Amrit and Binder showed kindness towards Saurabh by helping him get up। ਉਹਨੂੰ ਉਠਾਇਆ ਸੀ ਦੋਨਾਂ ਨੇ ਜਦੋਂ ਗਿਰ ਗਿਆ ਸੀ। Amrit and Binder showed kindness towards their teacher by carrying her files to the principal। ਦੋਨਾਂ ਦੀ files carry ਕੀਤੀਆਂ ਸੀ principal ਤੱਕ। Binder showed kindness by opening the door for the principal। ਦਰਵਾਜ਼ਾ ਖੋਲ ਕੇ principal ਲਈ ਮਦਦ ਕੀਤੀ ਸੀ। Harman showed kindness by helping Deep pay his fees। ਹਰਮਨ ਨੇ ਦੀਪ ਦੀ ਮਦਦ ਕੀਤੀ ਸੀ ਉਹਦੀ ਫੀਸ ਭਰਨ ਦੇ ਵਿੱਚ ਤੇ ਉਵੇਂ ਹੀ ਕੋਮਲ ਨੇ ਵੀ ਮਦਦ ਕੀਤੀ ਸੀ ਰਾਮ ਪ੍ਰਸਾਦ ਦੀ ਉਹਦੀ ਫੀਸ ਭਰਨ ਦੇ ਵਿੱਚ। ਅੱਗੇ ਚੱਲਦੇ ਹਾਂ, ਲਾਸਟ ਕੁਐਸਚਨ ਹੈਗਾ, ask the students to write a paragraph in about 100 words describing the act of kindness, help or welfare done by them for the elderly people, children or needy people in their surroundings। Read out the best writing in the class morning assembly। ਬੱਚਿਆਂ ਨੂੰ ਕਹੋ ਵੀ ਇੱਕ ਪੈਰਾਗ੍ਰਾਫ ਲਿਖਣਾ ਹੈ 100 ਵਰਡਸ ਦਾ ਜਿਹਦੇ ਵਿੱਚ ਉਹ ਦਰਸਾਉਣਗੇ ਵੀ ਕਿਵੇਂ ਉਹਨਾਂ ਨੇ ਕਿਸੇ ਦੀ ਮਦਦ ਕੀਤੀ, ਕਿਸੇ ਲਈ ਚੰਗਾ ਕੰਮ ਕੀਤਾ, ਕਾਈਂਡਨੈਸ ਦਿਖਾਈ, ਬੇਸਿਕ ਕਿਸੇ ਬਜ਼ੁਰਗ ਲਈ ਦਿਖਾਈ ਹੋ, ਬੱਚੇ ਲਈ ਜਾਂ ਕਿਸੇ ਜ਼ਰੂਰਤਮੰਦ ਲਈ, ਆਪਣੇ ਆਲੇ ਦੁਆਲੇ ਕੋਈ ਵੀ ਚੰਗਾ ਕੰਮ ਕੀਤਾ ਹੋਏ। ਤੇ ਜਿਹਨੇ ਸਭ ਤੋਂ ਬਿਹਤਰ ਆਨਸਰ ਲਿਖਿਆ ਹੈ ਉਹ ਤੁਸੀਂ ਕਲਾਸ ਨੂੰ ਪੜ੍ਹ ਕੇ ਦਿਖਾਓ ਜਾਂ ਫਿਰ ਸਵੇਰ ਦੀ ਸਭਾ ਵਿੱਚ ਦਰਸਾਓ। ਦੇਖੋ ਇਹਦਾ ਆਨਸਰ ਹੈ ਕਾਈਂਡਨੈਸ ਇਜ਼ ਅ ਵੈਲਿਊਏਬਲ ਐਸੈਂਸ ਆਫ ਲਾਈਫ। ਕਾਈਂਡਨੈਸ ਜਿਹੜੀ ਹੈ ਜ਼ਿੰਦਗੀ ਦਾ ਇੱਕ ਮੁੱਲ ਹੈਗਾ ਜ਼ਰੂਰੀ। ਕਾਈਂਡਨੈਸ ਇਜ਼ ਐਨ ਐਕਟ ਆਫ ਦ ਬਰੇਵ। ਤੇ ਇਹ ਜਿਹੜੇ ਲੋਕ ਬਰੇਵ ਹੁੰਦੇ ਨੇ, ਜਿਹੜੇ
ਤਕੜੇ ਬੰਦੇ ਹੁੰਦੇ ਨੇ ਉਹੀ ਕਾਈਂਡਨੈਸ ਦਿਖਾ ਸਕਦੇ ਨੇ, ਦਿਆਲਤਾ ਦਿਖਾ ਸਕਦੇ ਨੇ। ਇਹੀ ਜੀ ਇੱਕ ਸਟੋਰੀ ਹੈਗੀ ਹੈ ਜੋ ਮੈਂ ਇੱਥੇ ਲਿਖੀ ਹੈ ਵੀ ਰਮਨ ਮੇਰੀ ਦੋਸਤ ਹੈ ਜੋ ਰੋ ਰਹੀ ਸੀ ਤੇ ਮੈਂ ਉਹਦੇ ਕੋਲ ਗਈ ਤੇ ਉਹਨੂੰ ਜਸਟ ਇੰਨਾ ਕਿਹਾ ਵੀ ਟੈਨਸ਼ਨ ਨਾ ਲੈ, ਡੋਂਟ ਵਰੀ, ਐਵਰੀਥਿੰਗ ਵਿਲ ਬੀ ਫਾਈਨ, ਸਭ ਕੁਝ ਠੀਕ ਹੋ ਜਾਊਗਾ। ਤੇ ਉਹ ਰੋਣਾ ਤਾਂ ਬੰਦ ਕਰ ਗਈ ਸੀ। ਤੇ ਕਿਉਂ ਕਰੀ? ਕਿਉਂਕਿ ਮੈਂ ਉਹਨੂੰ ਜਾ ਕੇ ਫੜਿਆ, ਥੋੜੀ ਜੱਫੀ ਪਾਈ, ਉਹਦੇ ਕੋਲ ਬੈਠੀ, ਗੱਲਾਂ ਸੁਣੀਆਂ। ਤੇ ਉਹ ਮੇਰੀ ਇੱਕ ਪੱਕੀ ਦੋਸਤ ਵਿੱਚੋਂ ਇੱਕ ਸੀ। ਤੇ ਮੈਂ ਉਹਨੂੰ ਪੁੱਛਿਆ ਵੀ ਤੂੰ ਰੋ ਕਿਉਂ ਰਹੀ ਸੀ? ਉਹਨੇ ਕਿਹਾ ਵੀ ਆਈ ਐਮ ਲੋਨਲੀ, ਮੈਂ ਕੱਲੀ ਆ। ਤੇ ਮੈਂ ਕਿਹਾ ਮੈਨੂੰ ਵੀ ਕਈ ਵਾਰ ਲੱਗਦਾ ਵੀ ਮੈਂ ਕੱਲੀ ਆ, ਆਈ ਐਮ ਲੋਨਲੀ ਸਮਟਾਈਮਸ ਟੂ। ਫਿਰ ਮੈਂ ਉਹਨੂੰ ਦੱਸਿਆ ਬਟ ਯੂ ਨੋ ਵਾਟ, ਆਈ ਬੈਟ ਇਟ ਵਿਲ ਚੀਅਰ ਯੂ ਅਪ, ਵੀ ਆਪਾਂ ਜੋ ਵੀ ਕਰਾਂਗੇ ਉਹ ਤੇਰਾ ਮੂਡ ਠੀਕ ਕਰੇਗਾ। ਹੁਣ ਆਪਾਂ ਕੀ ਕੀਤਾ, ਉਹਦਾ ਮੂਡ ਠੀਕ ਕਰਨ ਲਈ ਦੋਸਤਾਂ ਨੇ ਮਿਲ ਕੇ ਹਾਈਡ ਐਂਡ ਸੀਕ, ਛੁਪਨ ਛੁਪਾਈ ਖੇਡੀ। ਤੇ ਉਸ ਤੋਂ ਬਾਅਦ ਉਹਨੂੰ ਕਾਫੀ ਬਿਹਤਰ ਮਹਿਸੂਸ ਹੋਇਆ। ਜਦ ਕੋਈ ਉਦਾਸ ਹੁੰਦਾ ਨਾ, ਉਹਨੂੰ ਕਿਸੇ ਐਕਟੀਵਿਟੀ ਵਿੱਚ ਰੁਝਾਉਣਾ ਬਹੁਤ ਜ਼ਰੂਰੀ ਹੁੰਦਾ। ਤੇ ਮੈਂ ਸ਼ੋਰ ਹੈਗੀ ਆ ਵੀ ਇਹ ਸਟੋਰੀ ਤੁਹਾਨੂੰ ਵੀ ਇੰਸਪਾਇਰ ਕਰੇਗੀ ਤੇ ਤੁਸੀਂ ਵੀ ਅਜਿਹਾ ਕੁਝ ਲਿਖੋਗੇ ਜਿਹਦੇ ਵਿੱਚ ਤੁਸੀਂ ਕਿਸੇ ਦੀ ਮਦਦ ਕੀਤੀ ਤੇ ਉਹਨਾਂ ਨੂੰ ਚੰਗਾ ਮਹਿਸੂਸ ਕਰਾਇਆ। ਤੇ ਇਹ ਸੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਚੈਪਟਰ ਤੁਹਾਨੂੰ ਸਮਝ ਆ ਗਿਆ ਹੋਵੇਗਾ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਬਾਏ ਬਾਏ।